ਤਤਕਾਲ ਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚਵਰ ਛਤਰ ਦੇ ਮਾਲਕ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਮਨੁੱਖਤਾ ਦੇ ਸਾਂਝੇ ਰਹਿਬਰ ਜਿਨ੍ਹਾਂ ਦੀ ਉਸਤਤ ਦੇ ਵਿੱਚ ਇਤਿਹਾਸ ਵਿੱਚ ਬਚਨ ਆਉਂਦੇ ਨੇ ਗੁਰੂ ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਐਸੇ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਬੜੇ ਪ੍ਰੇਮ ਦੇ ਨਾਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ਸਮੁੱਚੇ ਪੰਥ ਵੱਲੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550 ਸਾਲਾ ਆਗਮਨ ਪੁਰਬ ਆ ਰਿਹਾ ਹੈ। ਉਸ ਨੂੰ ਹਰ ਸਿੱਖ ਆਪਣੀ ਸੋਚ ਉੱਚੀ ਮੱਤ ਮੁਤਾਬਕ ਸਤਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਮਨਾਉਣ ਦਾ ਸਾਰੇ ਹੀ ਯਤਨ ਕਰ ਰਹੇ ਨੇ। ਉਹਨਾਂ ਯਤਨਾਂ ਦੇ ਵਿੱਚੋਂ ਇਸ ਗੁਰੂ ਘਰ ਦੇ ਪ੍ਰਬੰਧਕ ਮੈਨੇਜਰ ਸਾਹਿਬ ਔਰ ਹੈੱਡ ਗ੍ਰੰਥੀ ਸਿੰਘ ਸਾਹਿਬ ਜੀ ਦਾ ਯਤਨ ਹੈ ਕਿ ਹਰ ਰੋਜ਼ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਣ ਗਾਉਣ ਦਾ ਯਤਨ ਕੀਤਾ ਜਾਵੇ। ਇਸ ਨਿਮਿਤ ਨੂੰ ਲੈ ਕੇ ਹਰ ਰੋਜ਼ ਰਾਤ ਨੂੰ 8 ਤੋਂ 9 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਸੰਬੰਧ ਵਿੱਚ ਅੱਡ-ਅੱਡ ਵਿਸ਼ਿਆਂ 'ਤੇ ਅੱਡ-ਅੱਡ ਵਿਦਵਾਨ ਆਪ ਆਪਣੀ ਬੁੱਧ ਹੈ ਜੇਤੀ ਵਰਣਨ ਭਿੰਨ ਭਿੰਨ ਤੋਹੇ ਤੇਤੀ ਦੇ ਮੁਤਾਬਕ ਕਥਾ ਵਿਚਾਰ ਕਰਨ ਦਾ ਯਤਨ ਕਰਦੇ। ਅੱਜ ਦਾ ਵਿਸ਼ਾ ਬੜਾ ਹੀ ਸੁੰਦਰ ਵਿਸ਼ਾ ਹੈ ਤੇ ਹੈ ਵੀ ਉਹਨਾਂ ਦਾ ਹੈ ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਨੇ, ਧੰਨ ਬੇਬੇ ਨਾਨਕੀ ਜੀ। ਬੇਬੇ ਨਾਨਕੀ ਜੀ ਦਾ ਸਤਿਗੁਰਾਂ ਦੇ ਨਾਲ ਰੂਹਾਨੀਅਤ ਦਾ ਰਿਸ਼ਤਾ ਇਸ ਵਿਸ਼ੇ ਤੇ ਬੋਲਣ ਦਾ ਯਤਨ ਕਰਾਂ। ਆਪ ਸੰਗਤ ਕਿਰਪਾ ਕਰੋ, ਸਤਿਗੁਰੂ ਜੀ ਕਿਰਪਾ ਕਰਨ। ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ ਪਵਿੱਤਰ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਸਾਹਿਬ ਨਾਲ ਬੇਬੇ ਨਾਨਕੀ ਜੀ ਦਾ ਰੂਹਾਨੀਅਤ ਦਾ ਰਿਸ਼ਤਾ। ਰੂਹਾਨੀਅਤ ਸ਼ਬਦ ਜਿਹੜਾ ਹੈ ਇਹਦਾ ਸੰਬੰਧ ਹੈ ਰੂਹ ਨਾਲ। ਇਹਦਾ ਸੰਬੰਧ ਹੈ ਆਤਮਾ ਨਾਲ। ਬੇਬੇ ਨਾਨਕੀ ਜੀ ਦਾ ਆਤਮਿਕ ਰਿਸ਼ਤਾ ਕੀ ਸੀ ਗੁਰੂ ਨਾਨਕ ਦੇਵ ਸਾਹਿਬ ਨਾਲ? ਦੋ ਤਰ੍ਹਾਂ ਦੇ ਰਿਸ਼ਤੇ ਨੇ। ਇੱਕ ਹੈ ਸੰਸਾਰਕ ਰਿਸ਼ਤਾ, ਇੱਕ ਹੈ ਪਰਮਾਰਥਕ ਰਿਸ਼ਤਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨਾਲ ਸੰਸਾਰਕ ਰਿਸ਼ਤਾ ਬਣਨਾ ਇਹ ਵੀ ਕੋਈ ਨਿੱਕੀ ਜਿਹੀ ਗੱਲ ਨਹੀਂ ਹੈ। ਇਹ ਵੀ ਬੜੀ ਵੱਡੀ ਕਮਾਈ ਹੋਵੇ ਤੇ ਏਡੇ ਵੱਡੇ ਰਹਿਬਰ ਦੇ ਨਾਲ ਸੰਸਾਰਕ ਰਿਸ਼ਤਾ ਬਣ ਸਕਦਾ ਹੈ। ਤੁਸੀਂ ਹਿਸਾਬ ਲਾਓ ਵੀ ਕੋਈ ਗੁਰੂ ਸਾਹਿਬ ਦਾ ਸਿੱਖ ਹੋਵੇ, ਉਹਦੇ ਪਰਿਵਾਰ ਦੇ ਵਿੱਚ ਹੀ ਜੇ ਕੋਈ ਰਿਸ਼ਤਾ ਬਣੇ ਜਾਂ ਕਿਸੇ ਦਾ ਜਨਮ ਹੋਵੇ ਤੇ ਕਿੱਡਾ ਮਾਣ ਸਮਝਿਆ ਜਾਂਦਾ ਹੈ।
कि ये गुरु दे सिख दी कुल दे विचों है। ते धन गुरु नानक देव साहब नाल रिश्ता। जे धार्मिक तौर ते वेख्या जावे ये बड़े वड्डे भाग ने कि धन गुरु नानक देव साहब जी तो 5 साल उम्र च वड्डे धन बेबे नानकी जी नूं उन्हां दी वड्डी भैण दा माण प्राप्त होया। पर अज जिहड़ी बेनती कर लगा वां थोड़ा जिहा इस पक्ष तो हट के गुरबाणी दे विचों आपां संसारक रिश्ते की जे गल करिए तां गुरबाणी कहिंदी है भी संसारक रिश्ता जिहड़ा है वो सदीवी नहीं है, वो एक दिन टुट जाना है। आपां रोज़ श्री रहराज साहिब विच पढ़दे हां भी जनन पिता लोक सुत बनता कोई ना किसकी धरिया सिर सिर रिजक संभाहे ठाकुर काहे मन पौकरिया। तुसीं 9वें पातशाह की पवित्र बाणी सुनी होवेगी, देव गंधारी महला नावा जगत में झूठी देखी प्रीत अपने ही सुख स्यों सब लागे क्या दारा क्या मीत। मेरो मेरो सबे कहत है हित स्यो बांध्यो चीत अंत काल संगी नह को यह अचरज है रीत। दुनियावी रिश्तियां बारे जां संसारक संबंध बारे संसार दीआं वस्तुआं बारे गुरबाणी दे विच एक पूरा शब्द दर्ज है जिथे उन्होंने शब्द वरत्या कूड़। सतगुरु जी ने कूड़ शब्द वरत्या। आप जी कृपा करते हुए फरमाउंदे ने भी कूड़ राजा कूड़ प्रजा कूड़ सब संसार। कूड़ मंडप कूड़ माड़ी कूड़ बैसणहार। एक एक चीज गिणी है। कूड़ सोयना कूड़ रूपा कूड़ पहनणहार। कूड़ काया कूड़ कपड़ कूड़ रूप अपार। परिवारक संबंधां बारे भी दसिया कूड़ मियाँ कूड़ बीबी खप होए खार। ते दुनियावी मोह जिहड़ा रिश्ते च पैदा हुंदा है उहदे बारे भी दसिया। की कहिंदे महाराज कूड़ कूड़े नेहो लगा विसरिया करतार। जे गुरबाणी विच दुनियावी रिश्ते की गल करिए तो ये सदीवी नहीं है, हमेशा रहने वाला नहीं। पर गुरबाणी विच एक रिश्ता मन्निया है रूहानीयत का रिश्ता, बंदगी का रिश्ता। जहाँ भाई साहब भाई गुरदास साहब जी ने इनू सत संगत का रिश्ता भी कहा है। उन्होंने पहला दादके ते दादकियां दे मैंबर गिने। आप जी ने बाणी सुनी होगी भाई गुरदास साहब जी की, नहीं दद सार पित पितामा परम पितामा सुजन कुटुंब सुत भ्रात ना सुत बांधव ना भ्राता है। दादकियां दे रिश्ते गिने
कि पिता का रिश्ता किड्डा नेड़े दा है, पर इस रिश्ते के बराबर नहीं है। दादे दा, पड़दादे दा, भाई दा, चाचे दा, ताए दा, फिर उन्होंने नानकियां दे रिश्ते भी गिने। नहीं ननसार, माता परमाता, वृद्ध परमाता, मामू मामी, ये सारे रिश्ते उन्हें गिने ने। मासी और मौसा विविध विख्याता है। वो कहते तुसी नानकियां दे रिश्ते गिनो, नानकियां दा रिश्ता किड्डा नेड़े दा है, पर इस रिश्ते वर्गा नहीं। उन्होंने नानी, पड़नानी, मामा, मासियां, मामी सब गिने ने। फिर उन्होंने ससुराल का रिश्ता गिनिया, सहुरे घर का। नहीं ससुरार सास ससुर, सारो और सारी। नहीं बिरती सुर में जाचक और ना दाता है। गल ये उन्हें दुनियावी रिश्ते सारे गिन के एक रिश्ते नूं सच्चा मन्निया। उन्होंने तुसी गुरु नाल रिश्ता कह लो, बाणी नाल रिश्ता कह लो। सत संगत शब्द भाई गुरदास साहब जी ने वरत्या। भाई साहब कहते असन बसन धन धान में काहू मैं न देखिए, जैसा गुर सिख साध संगत को नाता है। जिहो जिहा रिश्ता गुरु के सिख दा गुरु नाल है, साध संगत नाल है, ये असली रिश्ता है। इनू रूहानीयत का रिश्ता कहा जाता है, रूह का रिश्ता, शरीरां का नहीं। शरीर ते बिनसनहार ने एक दिन बिनस जाने हैं। सिख इतिहास दे विच एक 10वें पातशाह तो कुछ चिर पिछों ही समकाली, थोड़ा जिहा चिर ही पिछों महापुरख होए भाई साहब भाई अड्डण साहब जी। वो बड़े सख्त सुभाਅ दे सन। उन्हां नाल काफ़ी वड्डी जमात रहिंदी सी साधुआं दी। धर्मी बंदे जिहड़े परमेश्वर वाहिगुरू जी नूं मिलना चाहुंदे सी, वो उन्हां दे नाल रहिंदे सन। जे कोई हिंदू धर्मी हुंदा, उन्हें लंगोट पाया हुंदा। जिहड़ा सिख रहिंदा सी उहदे वास्ते कछहरा, परना, दस्तार लाजमी सी। सुलह कुल महात्मा सी, रख सब नूं लैंदे सी। मुसलमान भी रहिंदे सन, हिंदू भी रहिंदे सन, सिख भी, पर प्रचार प्रसार गुरबाणी दा करदे सन। एक महात्मा शाम की कथा वेले शरीर की सजावट विच लगा रहा। कथा दे विच शायद लेट पहुंचा या नागा पै गया, तो भाई साहब उन्होंने सद के कहन लगे भी तू इदां कर, अपना बोरी बिस्तरा बन ते तू हुण साडे तो चलिया जा। वो कहन लगे भी महाराज गलती की। कहंदे संत जी भी तुसी तुहाडे नाल मेरी रिश्तेदारी है कोई? भाई अड्डण साहब कहंदे, कहंदा जी नहीं। तुहाडे तो मैं कोई जमीन लैनी आ? कहंदा जी नहीं। तुसी मेरे तो कुछ लैना वा?
ਕਹਿੰਦੇ ਜੀ ਨਹੀਂ। ਤਾਂ ਕਹਿੰਦੇ ਫਿਰ ਆਪਣਾ ਨਾਤਾ ਤੇ ਸਾਧ ਸੰਗਤ ਦਾ ਹੀ ਹੈ। ਜੇ ਸਾਧੂ ਹੋ ਕੇ ਸਾਧ ਸੰਗਤ 'ਚ ਨਹੀਂ ਜਾਣਾ ਤੇ ਫਿਰ ਸਾਧ ਹੋਣ ਦਾ ਕੀ ਲਾਭ ਹੈ। ਇਸ ਕਰਕੇ ਤੁਸੀਂ ਸਮਾਨ ਬੰਨੋ ਤੇ ਚੱਲਦੇ ਲੱਗੋ ਇੱਥੋਂ। ਜੇ ਰੋਟੀਆਂ ਖਾ ਕੇ ਹੀ ਸੌਣਾ ਹੈ ਤਾਂ ਫਿਰ ਤਾਂ ਬੜੇ ਨੇ। ਤਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖੇ, ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਜਿਹੋ ਜਿਹਾ ਰਿਸ਼ਤਾ ਗੁਰੂ ਕੇ ਸਿੱਖ ਦਾ ਸਾਧ ਸੰਗਤ ਵਿੱਚ ਹੋਣਾ ਚਾਹੀਦਾ ਹੈ, ਬਾਣੀ ਨਾਲ ਹੋਣਾ ਚਾਹੀਦਾ ਹੈ, ਗੁਰੂ ਸਾਹਿਬ ਨਾਲ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਰੂਹਾਨੀਅਤ ਦੇ ਰਿਸ਼ਤੇ ਬਾਰੇ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਸ਼ਬਦ ਵੀ ਉਚਾਰਨ ਕੀਤਾ ਹੈ, ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਸੇਖ, ਸਰਮ ਸੁਰਤ ਦੋਏ ਸਸੁਰ ਪਏ, ਕਰਨੀ ਕਾਮਣ ਕਰ ਮਨ ਲਏ। ਇਹ ਪੂਰਨ ਸ਼ਬਦ ਸਤਿਗੁਰੂ ਜੀ ਨੇ ਰੂਹਾਨੀਅਤ ਦੇ ਪਰਿਵਾਰ ਬਾਰੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ। ਜਿਹੜਾ ਰਿਸ਼ਤਾ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਨਾਲ ਰੱਖਿਆ, ਉਹ ਭੈਣ ਭਰਾ ਦਾ ਰਿਸ਼ਤਾ ਨਹੀਂ ਸੀ। ਬੇਬੇ ਨਾਨਕੀ ਜੀ ਨੇ ਸਾਰੀ ਉਮਰ ਉਹਨਾਂ ਨੂੰ ਵੀਰ ਨਹੀਂ ਮੰਨਿਆ। ਕੀ ਮੰਨਿਆ? ਪੀਰ। ਵੀਰ ਨਹੀਂ ਆ, ਇਹ ਪੀਰ ਆ, ਇਹ ਪਰਮਾਤਮਾ ਹੈ, ਪੂਜਨੀਕ ਹੈ। ਰੂਹਾਨੀਅਤ ਹੁੰਦੀ ਸ਼ੁਰੂ ਰੂਹ ਤੋਂ, ਤੇ ਰੂਹ ਸਰੀਰਾਂ ਤੋਂ ਵੱਖਰੀ ਹੈ। ਤੇ ਰੂਹ ਦਿਖਣ ਵਿੱਚ ਵੀ ਨਹੀਂ ਆਉਂਦੀ। ਉਹਨਾਂ ਗੁਰੂ ਨਾਨਕ ਦੇਵ ਸਾਹਿਬ 'ਚ ਉਸ ਪਰਮਾਤਮਾ ਨੂੰ ਦੇਖਿਆ ਜਿਹੜਾ ਦਿਖਣ 'ਚ ਨਹੀਂ ਆਉਂਦਾ ਹੈ, ਪਕੜ 'ਚ ਨਹੀਂ ਆਉਂਦਾ ਹੈ। ਆਪ ਜੀ ਦਾ ਜਨਮ ਤੇ ਭਾਵੇਂ ਚਹਿਲ 'ਚ ਹੋਇਆ, ਅੱਜ ਕੱਲ੍ਹ ਕਹਿੰਦੇ ਜ਼ਿਲ੍ਹਾ ਸ਼ਾਇਦ ਕਸੂਰ ਹੈ, ਪੁਰਾਣਾ ਲਾਹੌਰ ਸੀ। ਕੁ ਸਾਲ ਦੀ ਉਮਰ 'ਚ ਬੇਬੇ ਨਾਨਕੀ ਜੀ ਦੀ ਸ਼ਾਦੀ ਹੋਈ ਇਸ ਨਗਰ ਦੇ ਵਸਨੀਕ ਭਾਈਆ ਜੈ ਰਾਮ ਜੀ ਨਾਲ। ਜਿਹੜੇ ਕਿ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਆਪਣੇ ਪੇਸ਼ੇ ਵਜੋਂ, ਕੰਮ ਵਜੋਂ, ਟੈਕਸ ਇਕੱਠਾ ਕਰਨ ਵਜੋਂ ਜਾਂਦੇ ਹੁੰਦੇ ਸੀ। ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਇੱਥੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਆਏ ਤਾਂ ਬੇਬੇ ਜੀ ਨੇ ਭੱਜ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਤਾ, ਸਿਰ ਰੱਖਤਾ। ਇਤਿਹਾਸ ਦੇ ਬਚਨ ਨੇ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਖਿਆ, ਬੇਬੇ ਤੂੰ ਵੱਡੀ ਹੈ, ਮੱਥਾ ਮੈਨੂੰ ਟੇਕਣਾ ਚਾਹੀਦਾ ਕਿ ਤੈਨੂੰ? ਤੇ ਜਿਹੜਾ ਜਵਾਬ ਸ਼ਰਧਾ ਦੇ ਵਿੱਚ ਭਿੱਜੀ ਭੈਣ ਜੀ ਨੇ ਦਿੱਤਾ, ਜਿਹੜਾ ਜਵਾਬ ਇੱਕ ਸ਼ਰਧਾਲੂ ਭੈਣ ਨੇ ਦਿੱਤਾ, ਉਹ ਕੀ ਸੀ ਕਿ ਵੀਰ ਤੂੰ ਕਹਿੰਦਾ ਤੇ ਠੀਕ ਆ, ਪਰ ਜੇ ਤੂੰ ਆਦਮੀ ਹੋਵੇਂ
जे ते होवे तू दुनियावी बंदा फिर तू ही मत्था टेकना मैनू, पर मैनू ते तू आदमी नहीं नज़र आउंदा, मैनू ते परमेश्वर नज़र आउंदा है, मैनू ते वाहिगुरू नज़र आउंदा है। ये गल याद रखियो, जिन्ने गुरु नू परमात्मा नहीं समझिया वो कदी मुक्त नहीं हो सकता, वो जम्मण मरण तो रहत नहीं हो सकता, दुखों तो रहत नहीं हो सकता। बेबे नानकी कहंदी मैनू ते तू परमेश्वर देखदा है, ते आपां अज कहने बाबा नानक भी साडे वर्गा ही है, आम आदमी है। गुरबाणी कहती है भुलेखा कढ़ दे सतगुर वड्डा कर सालाही है, क्यों जिस विच वड्डियां वडियाइयां गुरु बारे बोलण तो पहला, गुरु साहब बारे जिक्र करन तो पहला ये गल याद रखी कि उन्होंने छोटे शब्दां च ना कह बई। जिन्हों बाणी कहती है तू सुल्तान कहाँ हो मियां, किते आ गल ना कर बई। गुरबाणी कहती गुरु नूं वड्डा करके सलाह, है भी वड्डा है, वड्डियां वडियाइयां नाल भरिया है। ये गल बड़ी ना धर्म दे विच हैरानी जी वाली है। वाहिगुरू परमेश्वर जिस भी रूप विच प्रगट होया, सब तो पहला उन्होंने इस्त्री जामे ने पहचानिया। इस्त्री जामे ने ही उन्होंने सियाणिया है। मुहम्मद साहब अज इस्लाम दी मेरे ख्याल नाल शायद दूसरे नंबर ते गिणती है, धर्म दी पैरोकारां दी गिणती। उन्हां दी जिहड़ी धर्म पत्नी सी ना खदीजा, उम्र च कई साल वड्डी, सब तो पहला उन्हां ने मुहम्मद साहब नूं पछाणिया है। उन्हां नूं पता लगा कि ये परमात्मा वालों थापे ने, वाहिगुरू दी इन्हां ते मेहर होई। हुण तुसीं किते वेखोगे भी जिहड़े हिंदू धर्म वाले आ, वो कहेंगे राधे कृष्ण। राधे का मतलब की है भगती, कृष्ण का मतलब की आत्मा। एक कृष्ण सर्व देवा देव देवाता आत्मा। भगती भावना थानी लंघ के ही तू आत्मा परमात्मा नू जान सकदा। उहदा मतलब की हो गया राधे कृष्ण। सब तो पहला इन्हां दी माता देवकी जां यशोदा कह लो जां राधा कह लो, कुछ कह लो, जे श्री कृष्ण नूं भी किसी ने पछाणिया है तो इस्त्री जामे ने पहचानिया। क्यों? औरत दे विच भगती बहुत है, भावना बहुत है, ते मर्द दे विच ज्ञान प्रधान हुंदा है। ज्ञान की कहिंदा? ज्ञान कहिंदा जेहो जियां मेरियां दो अखां ओहो जियां तेरियां, जेहो जे मेरे दो हत्थ ओहो जे तेरे। पर भगती की कहिंदी है? ठीक है मेरे वर्गा ही शरीर पर अंदर रब बैठा, इन्ना क फर्क है। भगती ही परमात्मा नूं पहचान सकदी है। तुसी कुदरत दा हिसाब लाओ, मर्द तो जे शरीरां दे तत्त मुताबक देखिए, मर्द तो लड़की पैदा होंदी, ते जे मां दा तत्त वध जे ते बच्चा पैदा होंदा है, मुंडा पैदा होंदा है। ज्ञान भगती पैदा करदा ते भगती ज्ञान पैदा करदी, परमेश्वर पैदा करदी। बेबे नानकी जी नूं आम कोई भैण ना समझो, ये तां भगती संसार दे विच आई।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹ ਗੱਲ ਲਿਖੀ ਹੈ। ਉਹ ਲਿਖਦੇ ਨੇ ਵੀ ਭਈ ਨਾਨਕੀ ਸਭ ਗੁਣ ਖਾਨੀ, ਬੇਬੇ ਨਾਨਕੀ ਜੀ ਸ੍ਰੀ ਬਾਬਾ ਮਹਿਤਾ ਕਾਲੂ ਦੇ ਘਰ ਜਨਮ ਲਿਆ, ਜਿਹੜੇ ਗੁਣਾਂ ਦੀ ਖਾਨ ਸਨ। ਮਾਨੋ ਭਗਤੀ ਧਰਦੇ ਸੁਹਾਨੀ। ਬੇਬੇ ਨਾਨਕੀ ਨੂੰ ਕੋਈ ਸਰੀਰ ਨਾ ਸਮਝੋ, ਕੋਈ ਇਸਤਰੀ ਜਾਮਾ ਨਾ ਸਮਝੋ, ਇਹ ਤਾਂ ਭਗਤੀ ਸਰੀਰ ਧਾਰ ਕੇ ਆ ਗਈ। ਕਿਉਂ? ਪਰਮਾਤਮਾ ਨੇ ਆਉਣਾ ਸੀ, ਇਸ ਕਰਕੇ ਪਹਿਲਾਂ ਭਗਤੀ ਆਈ। ਇੱਕ ਨਾ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਮਹਾਂਪੁਰਸ਼ ਹੋਏ ਬੜੇ ਪ੍ਰਸਿੱਧ, ਤੇ ਜਿਹੜੇ ਉਹਨਾਂ ਤੇ ਯਕੀਨ ਰੱਖਦੇ ਉਹ ਕਹਿੰਦੇ ਵੀ ਉਹਨਾਂ 'ਚ ਕੁਝ ਸੀ, ਕੋਈ ਕਣੀ ਸੀ ਰੱਬ ਦੀ, ਉਹ ਕਰਦੇ ਸੀ ਇੱਛਾ ਪੂਰੀ। ਉਹਨਾਂ ਨੇ ਇੱਕ ਦਿਨ ਰੱਖਿਆ ਹੁੰਦਾ ਸੀ ਤੇ ਦੁਨੀਆ ਦਾ ਹਿਸਾਬ ਕਿਤਾਬ ਵੀ ਇਦਾਂ ਦਾ ਹੀ ਹੈ। ਉਹਨਾਂ ਕਹਿਣਾ ਵੀ ਜਿਹਦਾ ਜਿਹਦਾ ਨਹੀਂ ਸੱਚ, ਜਿਨ੍ਹਾਂ ਦਾ ਰਿਸ਼ਤਾ ਨਹੀਂ ਹੋਇਆ ਸਾਰੇ ਖੜੇ ਹੋ ਜਾਓ। ਉਹ ਸਾਰੇ ਖੜੇ ਹੋ ਜਾਣੇ। ਉਹਨਾਂ ਕਹਿਣਾ ਚੰਗਾ, ਫਿਰ ਗੁਰੂ ਸਾਹਿਬ ਕਿਰਪਾ ਕਰਨਗੇ, ਆਉਂਦੇ ਸਾਲ ਤੱਕ ਹੋ ਜਾਣਗੇ। ਉਹਨਾਂ ਫੇਰ ਕਹਿਣਾ ਵੀ ਜਿਹਦਾ ਵਿਆਹ ਨਹੀਂ, ਵਾਹਿਗੁਰੂ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਸਾਰੇ ਖੜੇ ਹੋ ਜਾਓ। ਉਹ ਸਾਰੇ ਖੜੇ ਹੋ ਜਾਣੇ। ਚੰਗਾ, ਫਿਰ ਤੁਸੀਂ ਮਹਾਰਾਜ ਤੇ ਯਕੀਨ ਰੱਖੋ, ਹੋ ਜਾਣਗੇ। ਇਹ ਬੜਾ ਵਧੀਆ ਤਰੀਕਾ ਮੈਨੂੰ ਲੱਗਾ। ਕਿਸੇ ਦੁਖੀ ਇਨਸਾਨ ਨੂੰ ਤੁਸੀਂ ਪੋਜ਼ਿਟਿਵ ਕਰ ਦਿਓ, ਆਪਣੇ ਆਪ ਚੜ੍ਹਦੀ ਕਲਾ 'ਚ ਆ ਜਾਂਦਾ। ਚੰਗਾ, ਫਿਰ ਜਿਨ੍ਹਾਂ ਦੇ ਬੱਚੇ ਨਹੀਂ ਹੋਏ ਉਹ ਖੜੇ ਹੋ ਹੁਣ ਸਾਰੇ, ਉਹ ਸਾਰੇ ਖੜੇ ਹੋ ਜਾਣੇ। ਚੰਗਾ, ਫਿਰ ਆਉਂਦੇ ਸਾਲ ਤੱਕ ਹੋ ਜਾਣਗੇ। ਲੋਕ ਕਹਿੰਦੇ ਆ ਵੀ ਹੋ ਜਾਂਦੇ ਸੀ। ਉਥੇ ਨਾ ਇੱਕ ਬਿਹੰਗਮ ਸੰਤ ਚੋਲਾ ਪਾਇਆ, ਉਹ ਜਾ ਕੇ ਮੂਹਰਲੀ ਲਾਈਨ 'ਚ ਬਹਿ ਗਏ। ਬੜੇ ਜਵਾਨ ਸੀ, ਨੰਗੇ ਪੈਰੀ ਰਹਿੰਦੇ ਸੀ, ਸੇਵਾ ਕਰਦੇ ਹੁੰਦੇ ਸੀ ਗੁਰੂ ਘਰ। ਜਦੋਂ ਉਹਨਾਂ ਨੇ ਪਹਿਲੀ ਵਾਰੀ ਕਿਹਾ ਵੀ ਜਿਨ੍ਹਾਂ ਦੇ ਰਿਸ਼ਤੇ ਨਹੀਂ ਹੋਏ ਖੜੇ ਹੋ ਜਾਓ, ਉਹ ਸਾਹਮਣੇ ਸੀ ਸਭ ਤੋਂ, ਉਹ ਖੜੇ ਹੋ ਗਏ। ਤੇ ਲੋਕਾਂ ਦਾ ਹੁਣ ਆਪ ਜੀ ਨੂੰ ਪਤਾ ਹੀ ਆ, ਉਹ ਕਹਿਣ ਵੇ ਸਾਧ ਕਿਹੋ ਜਿਹੇ ਕੰਮ ਕਰਦਾ ਫਿਰਦਾ। ਦੂਸਰੀ ਵਾਰੀ ਉਹਨਾਂ ਆਖਿਆ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਉਹ ਫੇਰ ਖੜੇ ਹੋ ਜਾਓ, ਉਹ ਫੇਰ ਖੜੇ ਹੋ ਗਏ। ਤੀਸਰੀ ਵਾਰੀ ਜਿਹਦੇ ਬੱਚਾ ਨਹੀਂ ਹੋਇਆ ਉਹ ਖੜੇ ਹੋ ਜਾਓ, ਉਹ ਫੇਰ ਖੜੇ ਹੋ ਗਏ। ਹੁਣ ਉਹਨਾਂ ਕੋਲੇ ਰੋਜ਼ ਸੰਗਤ ਆਉਂਦੀ ਸੀ। ਉਹਨਾਂ ਦੇਖਿਆ ਵੀ ਇਹ ਬੰਦਾ ਉਹ ਖਾਸ ਹੀ ਆ। ਉਹਨਾਂ ਸਾਰਿਆਂ ਨੂੰ ਪਾਸੇ ਕਰਕੇ ਇੱਕ ਡੱਬਾ ਮਠਿਆਈ ਦਾ 500 ਰੁਪਈਆ ਤੇ ਇੱਕ ਸਰੋਪਾ, ਕਹਿੰਦੇ ਜੀ ਵੀ ਤੁਸੀਂ ਤਿੰਨੇ ਵਾਰੀ ਖੜੇ ਹੋ ਗਏ, ਤੁਹਾਨੂੰ ਇਹ ਗੱਲ ਫੱਬਦੀ ਨਹੀਂ, ਤੁਸੀਂ ਮੈਨੂੰ ਸੰਤ ਲੋਕ ਜਾਪਦੇ ਆ। ਉਹ ਕਹਿੰਦਾ ਨਹੀਂ ਬਾਬਾ ਜੀ, ਸਾਧ ਸੰਗਤ ਨਾਲ ਮੇਰਾ ਰਿਸ਼ਤਾ ਨਹੀਂ ਹੋਇਆ, ਜਿਹੜਾ ਮੇਰਾ ਬਣਨਾ ਚਾਹੀਦਾ ਸੀ ਉਹ ਨਹੀਂ ਬਣਿਆ। ਤੇ ਭਗਤੀ ਰੂਪੀ ਨਾਰ ਘਰ 'ਚ ਨਹੀਂ ਆਈ, ਤੇ ਬ੍ਰਹਮ ਗਿਆਨ ਰੂਪੀ ਪੁੱਤ ਨਹੀਂ ਪੈਦਾ ਹੋਇਆ। ਉਹ ਸੰਤ ਦੇ ਹੱਥ ਜੁੜ ਗਏ।
वो कहते 30 सालों च पहली बारी बंदा आया कोई। जिहड़ी रूहानीयत आ ना, ये शरीरां तो परे है। बेबे नानकी ते किड्डी किरपा होगी मालक दी, परमेश्वर दी, जिन्हों भाई साहब भाई कान सिंह जी नाभा कहते ने पहला गुरसिख जिन्हें गुरु नूं पछाणिया, पहले गुरसिख। ते धन गुरु नानक देव साहब ने भी एक बारी बचन किया, बेबे जी तू पिछले जन्म च भी मेरी भैन सी ते मैं तेरा भरा सी, अज दी थोड़ी हाँ, तू पिछों तो तुरी आनी आ, पिछों तो ते तू उदों बड़ी सेवा की सी, हुण भी बड़ी करदी आ। संसार दा बचन मोड़ सकदा पर तेरा नहीं। जदों याद करे जिथे भी होवां हाज़र होऊंगा। हुण इथों मक्का कितना दूर है, काबा कितना दूर इथों। उथे भाई मरदाने नूं कहंदे चलीए बेबे याद करदी, सुल्तानपुर साहब चली। बेबे जी याद करते पे, तो महाराज ने आख्या बेबे मेरे सिर ते तेरा करजा वा भार, ते तेरा वचन नहीं मैं मोड़ सकता। एवें भुलेखे च ना रहीए, जिन्हां ने भगती लैनी वो बेबे नानकी अगे अरदास करया करो। ਜਿਹੜੇ ਕਹਿੰਦੇ ना बाणी नहीं पढ़ नूं जी करदा, सिमरन नहीं कर नूं जी करदा, जे किसी भगती लैनी तो वह बेबे जी अगे अरदास करे। वो भगती संसार च बेबे नानकी जी प्रगट होए। तो सतगुरु जी ने ना ये जिहड़ियां रमज़ां ने रब नूं पछाणन दियां बाणी विच भी लिखियां, नानक से अखड़ियां बयान जिन्हें डसंदो मां पिरी। वो अखां सज्जणा होर आ जिन्हां ना वो रब दिखता, वो अखां ही होर ने। मेरे हिसाब नाल सिंह साहब जी आगे ने बैठे ने, पहले ब्रह्म ज्ञानी भी तो बेबे नानकी होणगे। फिर पहले ब्रह्म ज्ञानी की गत ब्रह्म ज्ञानी जाने। ब्रह्म ज्ञानी ब्रह्म नूं जाणदा। ते गुरु नानक देव साहब नूं किन्ने सियाणिया बेबे नानकी जी ने, पहले ब्रह्म ज्ञानी भी बेबे नानकी जी। हुण इतिहास के बचन या भाई गुरदास साहब जी के बचन आउंदे। आप जी ने यह शब्द सुनिया होगा भी राग जात रागी जाने, बैरागे बरागी जाने, त्यागे त्यागी जाने, दीन दया दान है। जोग जुगत जोगी जाने, भोग रस भोगी जाने, रोग दोख रोगी जाने, प्रगट बखान है। योग की है जोगी जानता है, राग की है रागी जानता है। कई सज्जन कहते रागमाला का कीर्तन नहीं हो सकता। ज्ञानी ज्ञान सिंह जी अलमस्त ने रागमाला का कीर्तन करके विखाता। हुण किसी रागी नूं कहो तू गुलदस्ता पढ़, उन्हें कहना गुलदस्ता की हुंदा। गुलदस्ते विच 12 राग हुंदे। जदों शब्द पढ़नगे पता लगूगा भी आ राग पढ़ते पे, फिर चेंज हो जाऊगा। थोड़ा जिहा नॉलेज आऊगा भी आ राग आ, फिर बदल जू। 12 राग कट्ठे पढ़नगे। तां राग दी जात नूं रागी ही जानदा है। बैराग की हुंदा है, इनू कोई बैरागी जान सकदा है। त्याग की इनू त्यागी जान सकदा है। ये सारियां उदाहरणां दे के योग नूं जोगी जान सकदा है। संसार दे पदार्थां दे रसां कसां नूं कोई भोगी जान सकदा है। ये सारियां उदाहरणां दे के कहिंदे ने
आत्मा की ਪ੍ਰੀਖਿਆ, आत्मा ਨੂੰ जानना, परमात्मा ਨੂੰ जानना। आत्म प्रतीख्या को विवेकी पहचान है, कोई ज्ञानवान ही है जिहड़ा जान सकता है आत्मा की ਪ੍ਰੀਖਿਆ भी ये ब्रह्म ज्ञानी। बेबे नानकी जी उत्ते किड्डी किरपा सी महाराज दी। उन्हां दे जीवन दे जे पक्ष वेखीए विश्वास, उन्हां दा जीवन दा एक होर पक्ष वेखीए भाणा मनना। होवे गुरु नानक दी भैण ते बच्चा कोई भी नहीं, आपां किड्डी छेती महाराज नाल नाराज होंदे आ, गुस्से होंदे। इस तों वध किहड़ा भाणा मन सकदा है? जिन्हां तो सारी दुनिया मंगण आउंदी है, हथ जोड़ जोड़ अरदासां करदी है, वो किन्ने भाणे च सी। बेबे नानकी उत्ते रब दी किड्डी किरपा होगी। वैसे जिहड़ा बंदा सतसंग च बवे, उन्नू ये निगाह मिलती है भी वो एक दिन हौली हौली रब नूं देखण लग पैंदा। जिवें कोई बादशाह, उन्हें ऐलान किया सी भी कोई मैनू रब दिखा सकता है, वाहिगुरु दिखा सकता परमेश्वर। जे नहीं दिखा सकता तो आ जिन्ने भंगवे चोले पा के तुरे फिरते है जां साध बने फिरते, सारे मैं अंदर दूंगा। फिर वो बड़े बड़े ज्ञानवान ग्रंथां दे ज्ञाता आउंदे, बड़ियां दलीलां युक्तियां दिंदे, वो फड़ फड़ अंदर दई जांदा। ठीक है, जंगल विच सारे शेर नहीं हुंदे, पर यह भी ना कह भी एक भी नहीं हुंदा। तो कोई ज्ञानवान महात्मा उत्थे आया, वो कहता भी दिखा दूंगा, कोई गल नहीं। पहला जिन्ने फड़े आए छड्ड सारे, नाले सरोपा दे, नाले कुछ ना कुछ भेटा दे, दर्शनी भेटा दे, ते प्रेम ना तोर, दिखा दूंगा कोई नहीं। तोर के कहता जी दिखाओ हुण। कहता कोई सोने दे काम करन वाला उन्होंने लैके आ। उन्हें ऐलान किया, सुनियारे पेश कर दिते गए। उहदे अगे बादशाह दे अगे उन्होंने आख्या गहना कढ़ के रखो। उन्हें रखता। बादशाह नूं कहंदे दस बई ये च किन्ना सोना वा? वो कहंदा मैनूं तो नहीं पता। कहंदा किसी वजीर नूं पुछ किन्ना सोना इच कहंदा मैनूं नहीं पता। तां उस सुनियारे नूं कहण लगे ये च सोना विखा, नहीं तो तेरी खल देड़ दांगे फड़ के। उन्हें चुक के सोने दे काम करने वाले जेल च देते। महात्मा कहंदे झूठे आ सारे? हाँ कहंदा झूठे आ। कहंदे नहीं झूठे नहीं, इदां कर तू बाहर कढ इन्हां नूं। छड़ाए बाहर कढ़ाए। उन्होंने कहते भी इनू सोने की परख सीखण नूं कितना समा लगूगा? वो कहते जी घट्टो घट 6 महीने। असी झूठ नहीं बोलते, सोना है, पर वो निगाह बन च घट्टो घट 6 महीने तो लगणगे, जिहड़ी गहना दे के दस्या करूगी भी कितना सोना। साडे को रहना पऊगा, साडे आखे लगना पऊगा, ਜਿਹੜੇ ਕੰਮ ਤੇ ਲਾਵਾਂਗੇ ਉਹ करना पऊगा।
ਤਾਂ ਉਹ ਮਹਾਤਮਾ ਕਹਿਣ ਲੱਗੇ ਵੀ ਜੇ ਗਹਿਣੇ ਵਿੱਚੋਂ ਸੋਨਾ ਪਰਖਣ ਵਾਸਤੇ ਸੁਨਿਆਰੇ ਵਾਲੀ ਨਿਗਾਹ ਬਣਾਉਣ ਵਾਸਤੇ 6 ਮਹੀਨੇ ਲੱਗੇ ਤੇ ਬਾਦਸ਼ਾਹ ਤੈਨੂੰ ਅੱਜ ਹੀ ਰੱਬ ਵਿਖਾ ਦਾਂ। ਤੂੰ ਪਹਿਲਾਂ ਦੱਸ ਵੀ ਸਤਸੰਗ ਕਿੰਨੇ ਚਿਰ ਕੀਤਾ। ਤੂੰ ਸਤਸੰਗ ਕਰ, 1 ਸਾਲ ਕਰ, 2 ਸਾਲ ਕਰ, ਸੇਵਾ ਕਰ, ਸਿਮਰਨ ਕਰ। ਸੱਚ ਕਹਿਣਾ ਤੇਰੀ ਇਹੋ ਜਿਹੀ ਨਿਗਾਹ ਬਣਾ ਦੂੰਗਾ ਤੈਨੂੰ ਹਰ ਸਰੀਰ 'ਚੋਂ ਰੱਬ ਦਿਖੂਗਾ। ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਬਾਣੀ ਕਹਿੰਦੀ ਬ੍ਰਹਮ ਦਿਸੈ ਬ੍ਰਹਮ ਸੁਣੀਐ। ਤਾਂ ਕਹਿੰਦਾ ਫਿਰ ਬਾਕੀ ਸਾਰੇ ਝੂਠੇ ਆ। ਕਹਿੰਦਾ ਨਹੀਂ, ਝੂਠੇ ਨਹੀਂ ਆ, ਬਾਕੀ ਸਾਰੇ ਪਖੰਡੀ ਆ। ਜਿਹੜੇ ਵਿਖਾ ਨਹੀਂ ਸਕਦੇ ਰੱਬ ਨੂੰ ਨਹੀਂ ਕਹਿੰਦੇ ਪਖੰਡੀ ਨਹੀਂ। ਕਲਾਸ ਆਪੋ ਆਪਣੀ, ਕੋਈ ਪਹਿਲੀ 'ਚ ਬੈਠਾ, ਕੋਈ ਦੂਜੀ 'ਚ ਬੈਠਾ ਹੈ। ਜਿਹੜੀ ਰੱਬ ਵੇਖਣ ਵਿਖਾਉਣ ਵਾਲੀ ਗੱਲ ਇਹ ਸਭ ਤੋਂ ਸਿਰੇ ਦੀ ਕਲਾਸ। ਇੱਥੇ ਕੋਈ ਵਿਰਲਾ ਹੀ ਪਹੁੰਚਦਾ ਤੇ ਵਿਰਲਾ ਹੀ ਇਹਨੂੰ ਪਾਸ ਕਰਦਾ ਹੈ। ਹੁਣ ਬੇਬੇ ਨਾਨਕੀ ਜੀ ਤੇ ਕਿੱਡੀ ਕਿਰਪਾ ਹੋ ਗਈ ਜਿਨ੍ਹਾਂ ਨੂੰ ਬਚਪਨ ਵਿੱਚ ਹੀ ਆਪਣੇ ਵੀਰ ਵਿੱਚੋਂ ਪਰਮੇਸ਼ਰ ਦਿਖਿਆ, ਵਾਹਿਗੁਰੂ ਦਿਖਿਆ। ਕਿੰਨੀ ਮਾਲਕ ਦੀ ਉਹਨਾਂ ਤੇ ਕਿਰਪਾ ਹੋਵੇਗੀ। ਤੀਸਰਾ ਪੱਖ ਬੇਬੇ ਨਾਨਕੀ ਜੀ ਦਾ ਵੇਖੀਏ ਤੇ ਵਿਸ਼ਵਾਸ ਦਾ। ਐਸ ਆਪ ਜੀ ਦੇ ਪਵਿੱਤਰ ਨਗਰ ਦੀ ਘਟਨਾ। ਇਹ ਬੜਾ ਸੁਭਾਗਾ ਨਗਰ ਹੈ ਸੁਲਤਾਨਪੁਰ ਸਾਹਿਬ। ਸਭ ਤੋਂ ਪਹਿਲਾਂ ਧੁਰਕੀ ਬਾਣੀ ਇੱਥੇ ਹੀ ਆਈ ਹੈ। ਵੇਈ ਨਦੀ ਦੇ ਵਿੱਚੋਂ ਸਤਿਗੁਰੂ ਜੀ ਨੇ ਜਦੋਂ ਆਏ ਨੇ, ਉਹਨਾਂ ਜਦੋਂ ਬਚਨ ਕੀਤੇ ਨੇ, ਇੱਥੇ ਹੀ ਪ੍ਰਗਟ ਹੋਈ। ਸਤਿਗੁਰੂ ਜੀ ਇਸ਼ਨਾਨ ਕਰਨ ਜਾਂਦੇ ਨੇ, ਪਾਣੀ ਚੋਂ ਬਾਹਰ ਨਹੀਂ ਆਉਂਦੇ ਜਿੱਦਾਂ ਇਤਿਹਾਸ ਲਿਖਿਆ ਹੈ। ਡੁੱਬ ਜਾਂਦੇ ਨੇ, ਇਦਾਂ ਹੀ ਕਹਿੰਦੇ ਆਪਾਂ ਸਾਰੇ। ਸਭ ਨੂੰ ਪਤਾ ਲੱਗਾ 3 ਦਿਨ ਥੋ ਪਤਾ ਨਹੀਂ। ਪਾਣੀ ਦੇ ਵਿੱਚ ਟੋਭੇ ਵੀ ਉਤਾਰੇ ਗਏ, ਕੋਈ ਪਤਾ ਨਹੀਂ। ਸਾਰੇ ਹੀ ਹੌਸਲਾ ਛੱਡ ਗਏ। ਇੱਕ ਬੇਬੇ ਨਾਨਕੀ ਜੀ ਬਸ ਆਖਿਆ ਜਿਹੜਾ ਦੁਨੀਆ ਨੂੰ ਤਾਰਨ ਆਇਆ ਉਹ ਕਿੱਦਾਂ ਡੁੱਬ ਸਕਦਾ ਹੈ। ਇੱਥੇ ਵੈਸੇ ਨਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ 3 ਕਿ 4 ਤਰ੍ਹਾਂ ਦੀ ਬਿਰਤੀ ਦਿਖਾਈ ਲੋਕਾਂ ਦੀ। ਪਹਿਲੇ ਤੇ ਉਹ ਸੀ ਜਿਹੜੇ ਕਹਿੰਦੇ ਹੁਣ 13 ਤੋਲਦਾ ਸੀ, ਕਹਿੰਦੇ ਉਜਾੜੀ ਜਾਂਦਾ ਸੀ, ਵੰਡੀ ਜਾਂਦਾ ਸੀ। ਹੁਣ ਹਿਸਾਬ ਨਹੀਂ ਪੂਰਾ ਹੋਇਆ ਹੋਣਾ ਤੇ ਆਤਮ ਹੱਤਿਆ ਹੀ ਕਰਨੀ ਪੈਣੀ। ਪਹਿਲੀ ਬਿਰਤੀ ਇਹ ਦਿਖਾਈ ਨਾਸਤਕ ਲੋਕਾਂ ਦੀ। ਦੂਸਰੇ ਜਿਹੜੇ ਬਿਰਤੀ ਵਾਲੇ ਲੋਕ ਸੀ, ਸੁਭਾਅ ਉਹਨਾਂ ਦਾ ਉਹ ਬੜਾ ਯਾਦ ਕਰਨ ਕੇ ਬਹੁਤ ਨੇਕ ਸੀ। ਇਹੋ ਜਿਹਾ ਪੁੱਤ ਬਾਬਾ ਮਹਿਤਾ ਕਾਲੂ ਦਾ ਜਿਹਦੇ ਵਰਗਾ ਹੋਰ ਕੋਈ ਨਹੀਂ, ਗਰੀਬਾਂ ਦੀ ਬਾਂਹ ਫੜਨ ਵਾਲਾ ਸੀ। ਤੀਸਰੇ ਸੀ ਸਾਡੇ ਮਾਤਾ ਜੀ, ਜਿਹੜੇ ਆਪਣੇ ਪਤੀ ਦੀ ਯਾਦ ਵਿੱਚ ਵਿਰਾਗ ਕਰਕੇ ਰੋਂਦੇ ਸੀ। ਮਾਤਾ ਜੀ ਨੂੰ ਵੀ ਨਹੀਂ ਸਿਆਣ ਵੀ ਇਹ ਕੌਣ ਨੇ। ਚੌਥੇ ਨੇ ਬ੍ਰਹਮ ਗਿਆਨੀ ਬੇਬੇ ਨਾਨਕੀ ਜੀ, ਜਿਹੜੇ ਕਹਿੰਦੇ ਜਿਹੜਾ ਦੁਨੀਆ ਨੂੰ ਤਾਰਨ ਆਇਆ ਉਹ ਕਿੱਦਾਂ ਡੁੱਬ ਗਿਆ। ਉਹ ਨਹੀਂ ਡੁੱਬਦਾ, ਸੰਸਾਰ ਨੂੰ ਤਾਰਨ ਵਾਲੇ। ਉਹ ਗੱਲ ਹੋਈ, ਮਹਾਰਾਜ ਪ੍ਰਗਟ ਹੋਏ। ਜਿੰਨਾ ਵਿਸ਼ਵਾਸ ਤੇ ਭਾਣਾ ਬੇਬੇ ਨਾਨਕੀ ਜੀ ਨੇ ਮੰਨਿਆ ਹੈ, ਧਰਮ ਦੀ ਜਿੰਨੀ ਬਰਕਤ ਹੈ, ਇਹ ਯਕੀਨ ਕੀਤਿਆਂ ਕੰਮ ਕਰਦੀ ਹੈ, ਵਿਸ਼ਵਾਸ ਕੀਤਿਆਂ ਕੰਮ ਕਰਦੀ ਹੈ। ਇਹਨੂੰ ਸਾਇੰਸ ਵੀ ਮੰਨਦੀ ਹੈ। ਵੈਸੇ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸ਼ਰਧਾ ਸ਼ਬਦ ਵੀ ਵਰਤਿਆ, ਵਿਸ਼ਵਾਸ ਸ਼ਬਦ ਵੀ ਵਰਤਿਆ, ਯਕੀਨ ਸ਼ਬਦ ਵੀ ਵਰਤਿਆ। ਹਜ਼ਰਤ
ਈਸਾ ਸਾਹਿਬ ਭੇਡਾਂ ਬੱਕਰੀਆਂ ਚਾਰਨ ਵਾਲੇ ਗਰੀਬ ਸਨ। ਰੋਮਨ ਦਾ ਵੱਡਾ ਜਰਨੈਲ, ਬੱਚੇ ਨੂੰ ਹੋ ਗਈ ਬ੍ਰੇਨ ਕੈਂਸਰ। ਬੜੇ ਹਕੀਮ, ਬੜਾ ਇਲਾਜ, ਅੱਜ ਕੱਲ੍ਹ ਵਾਲੀ ਗੱਲ ਨਹੀਂ ਸੀ, ਮੌਤ ਦੇ ਕਿਨਾਰੇ ਪਿਆ ਹੈ। ਇੱਕ ਸਿਪਾਹੀ ਨੇ ਆਖਿਆ ਇੱਕ ਭੇਡਾਂ ਬੱਕਰੀਆਂ ਚਾਰਨ ਵਾਲਾ ਹੈਗਾ। ਉਹ ਹੱਸ ਪਏ। ਏਡੇ ਏਡੇ ਡਾਕਟਰ ਹਾਰ ਗਏ, ਹਕੀਮ ਹਾਰ ਗਏ, ਹੁਣ ਭੇਡਾਂ ਬੱਕਰੀਆਂ ਵਾਲਾ ਇਹਨੂੰ ਠੀਕ ਕਰੂਗਾ। ਉਹਨੇ ਆਖਿਆ, ਘਰ ਵਾਲੀ ਭਾਵਨਾ ਹੁੰਦੀ ਆ ਬੀਬੀਆਂ ਜ਼ਿਆਦੀ, ਉਹਨੇ ਆਖਿਆ ਵੀ ਜੇ ਸਾਰੇ ਵੇਖ ਲਏ ਆ, ਜਾਣ 'ਚ ਕੀ ਅਰਜ਼ਾ। ਚਲੇ ਗਏ। ਉਹ ਸਿਪਾਹੀ ਨੇ ਆਖਿਆ ਜਾਂ ਬਚਨ ਕਰੇ ਮੂੰਹੋਂ, ਬਚਨ ਲੈ ਕੇ ਆਇਓ, ਸ਼ਬਦ ਕੋਈ ਨਾ ਕੋਈ ਬੋਲੇ ਮੂੰਹ, ਜਾਂ ਨਿਗਾਹ ਪਾ ਕੇ ਦੇਖੇ, ਜਾਂ ਹੱਥ ਫੇਰੇ ਸਿਰ ਤੇ, ਜਾਂ ਸਰੀਰ ਤੇ ਹੱਥ ਲਾਵੇ। ਤਿੰਨਾਂ ਕੰਮਾਂ 'ਚੋਂ ਇੱਕ ਕੰਮ ਕਰਾ ਲਿਓ, ਬੱਚਾ ਠੀਕ ਹੋ ਜਾਊਗਾ। ਗੁਰਬਾਣੀ ਕਹਿੰਦੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਉਹ ਚਲੇ ਗਏ। ਉਹ ਵੇਖਿਆ ਵੀ ਨਾ, ਉਹਨਾਂ ਹੱਥ ਵੀ ਨਾ ਲਾਇਆ ਤੇ ਬੋਲੇ ਵੀ ਤਾਂ ਉਹ ਫਿਰ ਇਦਾਂ ਹੀ ਵੀ ਕਹਿੰਦੇ ਤੁਹਾਨੂੰ ਯਕੀਨ ਆ ਗਿਆ ਵੀ ਭੇਡਾਂ ਬੱਕਰੀਆਂ ਵਾਲਾ ਠੀਕ ਕਰੂਗਾ ਹੁਣ। ਉਹ ਜਰਨੈਲ ਨੇ ਸੋਚਿਆ ਗੱਲ ਤਾਂ ਠੀਕ ਆ, ਇਹ ਬੰਦਾ ਗਲਤ ਗੱਲ ਨਹੀਂ ਕਰਦਾ। ਵਾਪਸ ਚਲੇ ਗਏ। ਉਹ ਸਿਪਾਹੀ ਨੇ ਆਖਿਆ ਵੀ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ, ਤੁਸੀਂ ਉਹ ਤੋਂ ਬਚਨ ਲੈ ਕੇ ਆਓ। ਫੇਰ ਚਲੇ ਗਏ। ਉਹਨਾਂ ਨੇ ਆਖਿਆ ਵੀ ਇਹ ਤੁਹਾਡਾ ਬੱਚਾ ਨਹੀਂ ਠੀਕ ਹੋਣਾ, ਜਦੋਂ ਕਹਿਣਾ ਪਿਆ ਵੀ ਤੁਸੀਂ ਕਿਉਂ ਨਹੀਂ ਸਮਝਦੇ ਇਹ ਗੱਲ। ਫੇਰ ਵਾਪਸ ਮੁੜ ਗਏ। ਤੀਸਰੀ ਵਾਰੀ ਜਰਨੈਲ ਵੀ ਬੜਾ ਦੁਖੀ ਤੇ ਸਿਪਾਹੀ ਨੂੰ ਕਹਿੰਦਾ ਤੂੰ ਝੂਠ ਬੋਲਦਾ, ਗੁੰਮਰਾਹ ਕਰਦਾ ਮੈਨੂੰ। ਉਹ ਸੱਜਣ ਕਹਿਣ ਲੱਗਾ ਫਿਰ ਇਤੋਂ ਪਰੇ ਕੋਈ ਗੱਲ ਨਹੀਂ, ਜੇ ਤੁਹਾਡਾ ਬੱਚਾ ਨਾ ਠੀਕ ਹੋਵੇ ਮੇਰੀ ਧੌਣ ਲਾ ਦਿਓ, ਫਿਰ ਹੋਰ ਕੀ। ਹੁਣ ਇਹ ਤੋਂ ਵੱਧ ਨਹੀਂ ਨਾ ਮੈਂ ਹੋਰ ਕਿਹੜਾ ਸਬੂਤ ਦੇਵਾਂ ਤੁਹਾਨੂੰ। ਉਹਦੇ ਮਨ 'ਚ ਬਹਿ ਗਈ ਵੀ ਮੌਤ ਦੀ ਸਜ਼ਾ ਤੋਂ ਵੱਡੀ ਤੇ ਕੋਈ ਸਜ਼ਾ ਵੀ ਨਹੀਂ। ਮਨ 'ਚ ਗੱਲ ਬਹਿ ਗਈ ਉਹਦੇ। ਚਲੇ ਗਏ। ਉਹਨਾਂ ਆਖਿਆ ਵੀ ਤੁਸੀਂ ਕੋ ਨਾ ਕੋ ਬਚਨ ਕਰੋ, ਕੋਈ ਪ੍ਰੇਮ ਦੀ ਨਿਗਾਹ, ਕੋਈ ਸਿਰ ਤੇ ਹੱਥ। ਉਹ ਕਹਿੰਦੇ ਤੁਹਾਨੂੰ ਯਕੀਨ ਆ ਵੀ ਭੇਡਾਂ ਬੱਕਰੀਆਂ ਚਾਰਨ ਵਾਲਾ ਠੀਕ ਕਰ ਦਊਗਾ, ਜਿਹਨੂੰ ਡਾਕਟਰ ਨਹੀਂ ਕਰ ਸਕੇ, ਹਕੀਮ ਨਹੀਂ ਕਰ ਸਕੇ। ਉਹ ਕਹਿੰਦੇ ਯਕੀਨ ਤਾਂ ਨਹੀਂ ਆ, ਪਰ ਜਦੋਂ ਸਿਪਾਹੀ ਨੇ ਆਖਿਆ ਨਾ ਮੇਰੀ ਧੌਣ ਲਾ ਦੀ, ਜੇ ਨਾ ਠੀਕ ਹੋਇਆ ਹੁਣ ਯਕੀਨ ਬੱਝਾ ਹੈ। ਹੱਸ ਪੇ ਖਿੜਖੜਾ ਕੇ, ਪ੍ਰੇਮ ਨਾਲ ਗੱਲ ਵਕੜੀ ਚ ਲਿਆ, ਬਚਨ ਵੀ ਕੀਤਾ, ਗੱਲਾਂ ਵੀ ਕੀਤੀਆਂ, ਤੇ ਬੱਚੇ ਦੇ ਸਿਰ ਤੇ ਹੱਥ ਫੇਰ ਕੇ ਕਹਿੰਦੇ ਤੂੰ ਫਿਕਰ ਨਾ ਕਰ, ਦਿਨਾਂ 'ਚ ਹੀ ਠੀਕ ਹੋਵੇਗਾ। ਹੁਣ ਇਹਨੂੰ ਸਾਇੰਸ ਹੋਰ ਤਰ੍ਹਾਂ ਦੇਖਦੀ ਹੈ। ਉਹ ਕਹਿਣ ਲੱਗੇ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਕੀਤਾ? ਕਹਿੰਦੇ ਪਹਿਲਾਂ ਤੁਹਾਨੂੰ ਯਕੀਨ ਹੀ ਨਹੀਂ ਹੈ। ਭੇਡਾਂ ਬੱਕਰੀਆਂ ਵਾਲਾ ਗੱਲ ਵੀ ਠੀਕ ਆ, ਜਦੋਂ ਤੁਸੀਂ ਯਕੀਨ ਲੈ ਆਉਨੇ ਆ, ਵਿਸ਼ਵਾਸ ਲੈ ਆਉਨੇ ਆ, ਤਾਂ ਜਿਹੜੇ ਸਾਇੰਸ ਕਹਿੰਦੀ ਆ ਵੀ ਜਿਹੜੇ ਆਪਣੇ ਬਾਡੀ 'ਚ ਸੈੱਲ ਆ ਨਾ, ਜਿਹੜੇ ਮਰਨ ਲੱਗ ਪੈਂਦੇ ਆ, ਜਦੋਂ ਸਾਡਾ ਦਿਮਾਗ ਯਕੀਨ ਲੈ ਆਉਂਦਾ ਕਿਸੇ ਗੱਲ ਤੇ, ਉਹ ਦੁਬਾਰਾ ਬਣਨ ਲੱਗ ਪੈਂਦੇ ਬਾਡੀ 'ਚ ਸੈੱਲ, ਤੇ ਉਹ ਬਿਮਾਰ ਬੰਦਾ ਫਿਰ ਉਹ ਠੀਕ ਹੋਣ ਲੱਗ ਪੈਂਦਾ। ਗੱਲ ਇੰਨੀ ਆ ਵਿੱਚ, ਜਦੋਂ ਅਸੀਂ ਕਿਸੇ ਤੇ ਯਕੀਨ ਲੈ ਆਉਂਦੇ। ਧੰਨ ਗੁਰੂ ਨਾਨਕ ਦੇਵ ਸਾਹਿਬ ਉੱਤੇ ਬੇਬੇ ਨਾਨਕੀ ਵਰਗਾ ਯਕੀਨ ਹੋ ਜੇ ਕਿ ਦੁਨੀਆ ਨੂੰ ਤਾਰਨ ਵਾਲੇ ਵੀ ਕਿਤੇ ਡੁੱਬੇ ਆ, ਤੇ ਕਿਉਂ ਨਾ ਸਿੱਖ ਦਾ ਬੇੜਾ ਪਾਰ ਹੋਵੇਗਾ।
किड्डी वड्डी अहमियत दिंदे सी। बेबे जी कहिंदे वीर जी तेरा विआह करना है, सब नूं मना करता पर बेबे नूं नहीं। कहिंदे देख लो जे चंगा लगदा है। जे माता जी बीबी चंदो राणी ने आण के मिहणे दिते भी विआह करा के गुस्सा ना करियो, गुरुआं नूं बड़ी खोज करनी पैंदी है, बड़ी परख करनी पैंदी है। ऐस सुल्तानपुर साहब दीयां मड़ियां लोग कहिंदे भी शायद मड़ियां च रब मिल जांदा, पर महाराज की कहिंदे मड़ी मसाणी मूड़े जोग नाही। मूर्ख इंसान मड़ियां मसाणियां च भी रब नाल नहीं जुड़िया जांदा। पर यह खोज कीती होगी पहलां ते फेर ही है। घरों बाहर रहन लगे ते बीबी जी ने आण के किन्ने मिहणे दिते बेबे नानकी नूं। रत्ता मत्थे वट नहीं पाया ते की बचन कीते सी भी खाण दी जगह खाण नूं, पाउण दी जगह पाउण नूं, गहणियां दी जगह गहणे, सब कुछ तेरी धी नूं मिलदा है। ते अग्यों महाराज दी सस बीबी चंदो राणी कहण लगी भी महाराज नूं समझाओ, घरे आया करन। ते बेबे जी ने किड्डा शरधा च जवाब दिता सी, समझाया उन्हों जांदा जिहड़ा गलती करे। मेरा वीर चोरी नहीं करता, मेरा वीर अयाशी नहीं करता, माड़ियां दी संगत च नहीं बहिंदा, गरीबां दी बांह फड़दा वा। ते जे हैना कम्मां तो डकना वा ते फिर मैं नहीं कुछ कह सकदी। किन्नी शरधा होगी अपने वीर दे प्रति। बीबी चंदो राणी ऐन बर्फ वर्गी ठंडी करती। अखीरली इच्छा सी जानी जान धन गुरु नानक देव साहब याद किया भी शरीर छड्डण लग्या मेरे सामने होण ते सतगुरु जी ने दर्शन दिते। जपजी साहब का पाठ करदियां धन बेबे नानकी जी ज्योति जोत समाए। बाणी पढ़दियां ही शरीर का चोला त्याग के 3 दिनों बाद ही भाईया जय राम शरीर छड्ड गया। किड्डी उच्च अवस्था होगी। एक बारी भाईया जय राम जी ने की आख्या सी, बेबे नानकी जी नूं तुसीं धन हो जिन्हां दा गुरु नानक वीर है, धन है तू उन्हां दी भैण आ ते असीं भी थोड़े थोड़े धन आ, साडा रिश्ता तेरे नाल जुड़िया, साडे ते भी किरपा होई है। होइयां भुल्लां चुकां दी खिमा, कुछ ना कुछ यतन कीता है विचार करन दा। बाकी धन बेबे नानकी जी दे बारे कौन पूरा बयान कर सकता है। ऐसे गुरसिख ब्रह्म ज्ञानी परम पूजनीक धन बेबे नानकी जी। होइयां भुल्लां चुकां दी खिमा। जिथे आप संगतां दा धन्नवाद हैड ग्रंथी सिंह साहब ज्ञानी सुरजीत सिंह जी का तह दिलों धन्नवाद, जिन्हां ने संगत दे दर्शन कराए ने। नाल नाल मैनेजर साहब सरदार प्रताप सिंह जी, सतनाम सिंह जी का भी बहुत बहुत धन्नवाद। दमदमी टकसाल के मुखी श्रीमान संत ज्ञानी हरनाम सिंह जी खालसा पिंडरां वाले, उन्हां महापुरखों का भी धन्नवाद जिन्हां ने हाज़री भरन वास्ते हुक्म लाया सी। आओ जी इत्थे ही समाप्ति है। वाहिगुरू जी का खालसा, वाहिगुरू जी की